पहले उन्हें क्या कि नहीं तो पेपर मैरिज हैगी आ, पर मैं जो उन्होंने दोबारा पूछा कि नहीं पेपर मैरिज ਦੇ ਵਿੱਚ ਇਦਾਂ नहीं ਹੁੰਦਾਗਾ, ਇੰਨੇ ਕਲੋਜ਼ ਇਦਾਂ ਕਿੱਦਾਂ ਹੋ ਸਕਦੇ ਆ, ਤੁਸੀਂ ਇਦਾਂ ਘੁੰਮ ਰਹੇ ਹੋ, ਸ਼ਾਪਿੰਗ ਕਰ ਰਹੇ ਹੋ, ਇਦਾਂ ਚੈਟ ਆ ਤੁਹਾਡੀ, ਪੇਪਰ ਮੈਰਿਜ ਦੇ ਵਿੱਚ ਇਦਾਂ ਕੁਝ ਨਹੀਂ ਹੁੰਦਾ। ਮੇਰੇ ਪਾਪਾ ਨੇ ਉੱਥੇ ਜਾ ਕੇ ਵਿਆਹ ਕਰਵਾ ਲਿਆ ਤੇ ਮੈਨੂੰ ਕਹਿੰਦੇ ਕਿ ਮੈਂ ਤੇਰੀ ਨਵੀਂ ਮੰਮਾ ਲੈ ਲਈ ਆ, ਤੂੰ ਪੁਰਾਣੀ ਮੰਮਾ ਨੂੰ ਛੱਡ ਦੇ। ਮੈਨੂੰ ਇਹ ਲੱਗਦਾ ਹੁੰਦਾ ਕਿ ਮੈਂ ਉਹਦੇ ਇੰਨੇ ਔਖੇ ਟਾਈਮ ਦੇ ਵਿੱਚ ਉਹਦੇ ਨਾਲ ਸੀਗੀ, ਬਟ ਉਹ ਉੱਥੇ ਜਾ ਕੇ ਉਹਨੇ ਇਹ ਵੀ ਨਹੀਂ ਸੋਚਿਆ ਹੈਗਾ ਕਿ ਮੈਂ ਕਿੰਨਾ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਛੱਡ ਕੇ ਆਇਆ। ਅਤੇ ਬਾਅਦ ਵਿੱਚ ਮੈਂ ਆਪਣੇ ਬੱਚੇ ਨੂੰ ਵੀ ਪੁੱਛਿਆ ਹੈਗਾ ਕਿ ਮੇਰਾ ਬੱਚਾ ਕਿੱਥੇ ਆ, ਕਿਵੇਂ ਰਹਿ ਰਿਹਾ, ਕਿਸ ਕਲਾਸ ਦੇ ਵਿੱਚ ਹੋ ਗਿਆ, ਉਹਨੂੰ ਇਹ ਵੀ ਨਹੀਂ ਪਤਾ ਹੈਗਾ। ਮੰਮਾ ਨਾਲ ਪਾਪਾ ਨੇ ਬਹੁਤ ਬੁਰਾ ਕੀਤਾ ਅਤੇ ਜਦੋਂ ਉਹਦੇ ਮੰਮਾ ਨੂੰ ਪਤਾ ਚੱਲਿਆ, ਮੰਮਾ ਬਹੁਤ ਰੋਏ ਸੀਗੇ। ਜ਼ਿਲ੍ਹਾ ਬਰਨਾਲਾ ਦੇ ਹਲਕਾ ਭਦੌੜ ਦੀ ਸਰਬਜੀਤ ਕੌਰ ਦੀ ਹੱਸਦੀ ਵਸਦੀ ਜ਼ਿੰਦਗੀ ਬੀਤੇ 5 ਕੁ ਸਾਲਾਂ 'ਚ ਨਰਕ ਜਿਹੀ ਬਣ ਗਈ ਹੈ। ਸਰਬਜੀਤ ਦੀ ਜ਼ਿੰਦਗੀ 'ਚ ਦੁੱਖ ਤੇ ਗਮਾਂ ਦਾ ਪਹਾੜ ਭਾਰੀ ਹੁੰਦਾ ਜਾ ਰਿਹਾ ਹੈ, ਜਿਸ ਦੇ ਨਾਲ ਜਿਉਣ ਮਰਨ ਦੀਆਂ ਕਸਮਾਂ ਖਾਧੀਆਂ ਸਨ ਉਹੀ ਸ਼ਖਸ ਸਰਬਜੀਤ ਨੂੰ ਧੋਖਾ ਦੇ ਗਿਆ। ਵਿਦੇਸ਼ ਰਹਿੰਦੇ ਪਤੀ ਨੇ ਗੋਰੀ ਨਾਲ ਦੂਜਾ ਵਿਆਹ ਕਰਵਾ ਲਿਆ। ਸਹੁਰੇ ਪਰਿਵਾਰ ਨੇ ਵੀ ਤਸ਼ੱਦਦ ਢਾਉਣ 'ਚ ਕੋਈ ਕਸਰ ਨਾ ਛੱਡੀ। ਅੱਜ ਸਰਬਜੀਤ ਅਤੇ ਉਸਦਾ 8 ਸਾਲਾ ਬੱਚਾ ਆਪਣੇ ਪੇਕੇ ਪਰਿਵਾਰ 'ਚ ਰਹਿ ਰਿਹਾ ਹੈ। ਬੀਤੇ 5 ਸਾਲਾਂ 'ਚ ਸਰਬਜੀਤ ਨੇ ਕਿਹੜੇ ਦੁੱਖ ਹੰਢਾਏ ਉਹ ਸ਼ਬਦਾਂ 'ਚ ਬਿਆਨ ਕਰਨੇ ਵੀ ਔਖੇ ਨੇ। ਸਰਬਜੀਤ ਆਪਣੇ ਨਾਲ ਹੋਏ ਧੋਖੇ ਲਈ ਇਨਸਾਫ ਚਾਹੁੰਦੀ ਹੈ। ਮੇਰੀ ਮੈਰਿਜ 2008 ਦੇ ਵਿੱਚ ਹੋਈ ਸੀ, ਦਸੰਬਰ 2008 ਦੇ ਵਿੱਚ ਸੰਦੀਪ ਸਿੰਘ ਨਾਲੋਂ ਭਾਈ ਰੂਪਾ ਤੋਂ ਨੇ। ਮੈਂ ਆਇਲਸ ਕੀਤੀ ਸੀਗੀ ਅਤੇ ਮੇਰੀ ਫਿਰ ਮੈਰਿਜ ਇੱਦਾਂ ਹੋਈ। ਅਤੇ ਫਿਰ ਉਸ ਤੋਂ ਬਾਅਦ 2010 ਦੇ ਵਿੱਚ ਅਸੀਂ ਇੰਗਲੈਂਡ ਗਏ ਸੀਗੇ ਸਟੱਡੀ ਵੀਜ਼ਾ 'ਤੇ, ਉਹ ਮੇਰੇ ਨਾਲ ਹੀ ਗਏ ਸੀਗੇ। ਫਿਰ 2012 ਦੇ ਵਿੱਚ ਮੇਰਾ ਬੇਟੇ ਨੇ ਬਰਥ ਹੋਇਆ, ਮੇਰੇ ਬੇਟੇ ਦਾ ਅਰਨਵਜੋਤ ਦਾ। ਅਤੇ 14 ਦੇ ਵਿੱਚ ਫਿਰ ਮੈਂ ਕਿ ਆਪਣੇ ਬੇਟੇ ਦੇ ਨਾਲ ਜਨਵਰੀ ਦੇ ਵਿੱਚ ਵਾਪਸ ਆ ਗਈ ਸੀਗੀ, ਕਿਉਂਕਿ ਉੱਥੇ PR ਦਾ ਹੈ ਨਹੀਂ ਸੀ ਸਿਸਟਮ ਉਸ ਟਾਈਮ। 'ਤੇ ਸਾਡਾ ਇਹ ਸੀਗਾ ਕਿ ਆਸਟ੍ਰੇਲੀਆ ਦਾ ਅਪਲਾਈ ਕਰ ਦਾਂਗੇ ਜਾ ਕੇ ਆਪਾਂ। ਅਤੇ ਮੈਂ ਇੱਕ ਇਹ ਸੀਗਾ ਕਿ ਬੱਚਾ ਮੇਰੀ ਫੈਮਿਲੀ ਦੇ ਵਿੱਚੋਂ ਵੀ ਪਹਿਲਾ ਸੀਗਾ ਅਤੇ ਉੱਧਰੋਂ ਵੀ, ਤਾਂ ਇੱਕ ਚੀਜ਼ ਸੀ ਕਿ ਪੈਰੈਂਟਸ ਬੱਚੇ ਨੂੰ ਦੇਖ ਲੈਣਗੇ, ਉਹਨੂੰ ਮਿਲ ਲੈਣਗੇ। ਫਿਰ ਮੈਂ 2014 ਵਿੱਚ ਜਦੋਂ ਆਈ ਸੀ, ਮੈਂ ਆ ਕੇ ਦੁਬਾਰਾ ਤੋਂ ਆਇਲਸ ਕੀਤੀ ਆ, ਔਰ ਦੁਬਾਰਾ ਤੋਂ ਇਹ ਸੋਚਿਆ ਸੀਗਾ ਕਿ ਆਸਟ੍ਰੇਲੀਆ ਦਾ ਅਪਲਾਈ ਕਰ ਦਾਂਗੇ, ਬਟ ਉਸ ਟਾਈਮ ਸਪਾਊਸ ਕੇਸ ਨਹੀਂ ਸੀ ਲੱਗਾ। ਉਹਨਾਂ ਨੇ ਕਿਹਾ ਸੀ ਸਿੰਗਲ ਹੀ ਹੋਊਗਾ, ਬਟ ਫੈਮਿਲੀ ਅਲਾਓ ਨਹੀਂ ਸੀ ਕਰ ਰਹੀ ਕਿ ਇਕੱਲਿਆਂ ਨਹੀਂ ਜਾਣਾ। ਇਸ ਤੋਂ ਬਾਅਦ ਫਿਰ 7-8 ਮਹੀਨਿਆਂ ਬਾਅਦ ਹਸਬੈਂਡ ਵੀ ਵਾਪਸ ਆ ਗਈ ਸੀਗੀ। ਫਿਰ ਉਹਨਾਂ ਨੇ ਕਿ ਸ਼ੌਪ ਕਰ ਲਈ ਸੀਗੀ ਪਲਾਈਵੁੱਡ ਸਟੋਰ ਦੀ, ਅਤੇ ਮੈਂ ਸਕੂਲ ਟੀਚ ਕਰਨ ਲੱਗ ਗਈ ਸੀਗੀ। ਤਾਂ ਸਹੀ ਵਧੀਆ ਚੱਲ ਰਿਹਾ ਸੀਗਾ, ਬਟ ਪੈਰੈਂਟਸ ਨੂੰ ਇਹ ਸੀਗਾ ਕਿ ਨਹੀਂ ਫੋਰਨ ਹੀ ਜਾਣਾ ਗਾ। ਇਸ ਚੀਜ਼ ਨੂੰ ਲੈ ਕੇ ਬੜਾ ਕੁਛ ਚੱਲਦਾ ਸੀਗਾ ਘਰ, ਕਲੇਸ਼, ਲੜਾਈਆਂ, ਸਭ ਕੁਛ ਚੱਲਦਾ ਸੀਗਾ। ਫਿਰ 16 ਦੇ ਵਿੱਚ ਫੈਬ ਦੇ ਵਿੱਚ ਹਸਬੈਂਡ ਇਕੱਲੇ ਚੱਲ ਗਏ ਆ ਪਾਥਵੇ ਲੈ ਕੇ ਯੂਰਪ ਦੇ ਵਿੱਚ, ਕਿ ਮੈਂ ਚੱਲ ਜਾਣਾ, ਮੈਂ ਸਾਲ ਬਾਅਦ 1.5 ਸਾਲ ਬਾਅਦ ਕਿ ਤੁਹਾਨੂੰ ਮੈਂ ਬੁਲਾ ਲੂੰਗਾ, ਔਰ ਉਹ ਮੈਨੂੰ ਮੇਰੇ ਪੈਰੈਂਟਸ ਕੋਲ ਛੱਡ ਗਏ ਆ। ਬਟ ਉਸ ਤੋਂ ਬਾਅਦ ਫਿਰ 18 ਦੀ ਲਾਸਟ ਵਿੱਚ ਕਿ ਉਹਦਾ ਬਿਹੇਵੀਅਰ ਚੇਂਜ ਹੋ ਗਿਆ, ਫੋਨ ਕਰਨਾ ਜਿੱਦਾਂ ਘੱਟ ਕਰਤਾ ਉਹਨੇ, ਗੱਲਬਾਤ ਕਰਨੀ ਘੱਟ ਕਰਤੀ। ਪਹਿਲਾਂ ਸਭ ਕੁਛ ਵਧੀਆ ਚੱਲ ਰਿਹਾ ਸੀਗਾ। ਫਿਰ ਉਸ ਤੋਂ ਬਾਅਦ ਉਹਨੇ ਇੱਕ ਫੋਨ ਭੇਜਿਆ ਸੀਗਾ, ਉਹਦੇ ਵਿੱਚ ਉਹਦਾ ਕਿ ਸਭ ਕੁਛ ਸੀਗਾ, ਦੂਸਰੀ ਮੈਰਿਜ ਦੀਆਂ ਪਿਕਸ ਸੀਗੀਆਂ, ਉਹ ਚੈਟ ਵਗੈਰਾ ਸੀ, ਸਭ ਕੁਛ ਸੀਗਾ। ਰਜਿਸਟਰ ਦੇ ਅੱਗੇ ਮੈਰਿਜ ਹੋ ਰਹੀ ਹੈ ਉਹਨਾਂ ਦੀ, ਵੀਡੀਓ ਵਗੈਰਾ ਸੀਗੀਆਂ। ਫਿਰ ਜਦੋਂ ਉਹਨੂੰ ਇਹ ਪੁੱਛਿਆ ਗਿਆ ਕਿ ਇਹ ਸਭ ਕੀ ਹੈਗਾ, ਤਾਂ ਪਹਿਲਾਂ ਤਾਂ ਮੰਨਿਆ ਨਹੀਂ ਗਿਆ, ਕਹਿੰਦਾ ਕਿ ਨਹੀਂ ਇਹ ਤਾਂ ਜਸਟ ਇੱਕ ਪੇਪਰ ਮੈਰਿਜ ਆ, ਮੈਂ ਪੇਪਰ ਮੈਰਿਜ ਕਰਵਾਈ ਹੈ ਪੱਕੇ ਹੋਣ ਦੇ ਲਈ। ਪਰ ਬਾਅਦ ਵਿੱਚ ਉਹ ਮੰਨ ਗਿਆ ਕਿ ਹਾਂ ਮੈਂ ਵੀ ਪੱਕੀ ਮੈਰਿਜ ਕਰਵਾ ਲਈ ਹੈ, ਕਿ ਮੈਂ ਵਾਪਸ ਇੰਡੀਆ ਨਹੀਂ ਆਉਣਾ ਹੈਗਾ, ਅਗਰ ਤੈਨੂੰ ਡਾਈਵੋਰਸ ਚਾਹੀਦਾ ਗਾ ਤਾਂ ਮੈਂ ਤੈਨੂੰ ਇੱਧਰੋਂ ਲਿਖ ਕੇ ਭੇਜ ਦਿੰਦਾ ਹੈਗਾ, ਫੈਕਸ ਕਰ ਦੂੰਗਾ ਸਾਈਨ ਕਰਕੇ। ਬਟ ਮੈਂ ਕਿਹਾ ਸੀ ਕਿ ਨਹੀਂ ਇੱਦਾਂ ਨਹੀਂ ਹੈਗਾ, ਵੀ ਤੂੰ ਇੰਡੀਆ ਆ ਕੇ ਇੱਥੇ ਡਾਈਵੋਰਸ ਦੇ ਬੈਠ ਕੇ ਜਾਂ ਗੱਲਬਾਤ ਕਰ ਕਿ ਕਿਉਂ ਦੇ ਰਿਹਾ ਡਾਈਵੋਰਸ, ਵੀ ਇਹ ਸਭ ਕੀ ਹੈਗਾ, ਵੀ ਬੱਚੇ ਨੂੰ ਹੁਣ ਮੈਂ ਕਿੱਥੇ ਲੈ ਕੇ ਜਾਵਾਂ। ਕਹਿੰਦਾ ਬੱਚੇ ਨੂੰ ਮੇਰੇ ਪੈਰੈਂਟਸ ਕੋਲ ਛੱਡਿਆ ਤੂੰ, ਬਟ ਮੈਂ ਵਾਪਸ ਨਹੀਂ ਆਉਣਾ। ਔਰ ਉਹਨੇ ਮੇਰੇ ਪੇਰੈਂਟਸ ਨੂੰ ਵੀ ਫੋਨ ਕਰਕੇ ਇਹ ਕਿਹਾ ਕਿ ਤੁਸੀਂ ਇਹਦੀ ਮੈਰਿਜ ਕਰ ਦਿਓ, ਮੈਂ ਨਹੀਂ ਵਾਪਸ ਆਉਣਾ। ਬਸ ਉਸ ਤੋਂ ਬਾਅਦ ਉਹਨੇ ਆਪਣਾ ਕੰਟੈਕਟ ਬੰਦ ਕਰ ਲਿਆ, ਫੋਨ ਨੰਬਰ ਸਾਡੇ ਬਲੌਕ ਕਰਤੇ ਆ, ਫੇਸਬੁੱਕ ਬੰਦ ਕਰਤੀ, ਇੰਸਟਾ ਸਭ ਕੁਛ ਬੰਦ ਕਰਤਾ। ਉਸ ਤੋਂ ਬਾਅਦ ਫਿਰ ਉਹਨੇ ਸਾਡੇ ਨਾਲ ਕੋਈ ਕੰਟੈਕਟ ਨਹੀਂ ਕੀਤਾ। ਫਿਰ ਇਸ ਚੀਜ਼ ਨੂੰ ਅਸੀਂ ਉਹਦੇ ਪੇਰੈਂਟਸ ਨੂੰ ਦੱਸਿਆ ਕਿ ਉਹਨੇ ਇਹ ਸਭ ਕੀਤਾ। ਪਹਿਲਾਂ ਦੇ ਪੇਰੈਂਟਸ ਮੰਨੇ ਨਹੀਂ ਹੈਗੇ ਕਿ ਨਹੀਂ ਸਾਡੇ ਨਾਲ ਤਾਂ ਉਹਦਾ ਕੋਈ ਕੰਟੈਕਟ ਨਹੀਂ, ਸਾਨੂੰ ਪਤਾ ਹੀ ਨਹੀਂ ਇਸ ਚੀਜ਼ ਬਾਰੇ। ਪਰ ਬਾਅਦ ਵਿੱਚ ਫਿਰ ਉਹ ਕਹਿੰਦੇ ਕਿ ਹਾਂ ਆਪਾਂ ਬੱਚੇ ਨੂੰ ਤੇ ਤੈਨੂੰ ਲੈ ਜਾਂਦੇ ਹਾਂ ਆਪਣੇ ਕੋਲ, ਉੱਥੇ ਆਪਾਂ ਤੈਨੂੰ ਆਪਣੀ ਇੱਕ ਬੇਟੀ ਬਣਾ ਕੇ ਰੱਖਾਂਗੇ, ਔਰ ਬੱਚੇ ਨੂੰ ਜੋ ਵੀ ਉਹਦਾ ਬਣਦਾ ਹੱਕ ਆ ਉਹ ਦਿੱਤਾ ਜਾਊਗਾ, ਬੱਚੇ ਦਾ ਪਾਲਣ ਪੋਸ਼ਣ ਕਰਾਂਗੇ। ਵੀ ਜੇ ਸਾਡਾ ਬੇਟਾ ਆਊਗਾ ਕੱਲ੍ਹ ਨੂੰ ਅਸੀਂ ਉਹਦੇ ਨਾਲ ਕੋਈ ਰਿਸ਼ਤਾ ਨਹੀਂ ਰੱਖਾਂਗੇ ਕਿ ਉਹਨੇ ਇਹ ਸਭ ਕੀਤਾ। ਫਿਰ ਬਸ ਕਿ 10 ਦਿਨ ਵਧੀਆ ਚੱਲਦਾ ਰਿਹਾ ਜਦੋਂ ਮੈਨੂੰ ਲੈ ਗਏ ਸੀਗੇ। ਪਰ 10ਵੇਂ ਦਿਨ ਫਿਰ ਉਹਦੇ ਕਿ ਫਾਦਰ ਸਾਹਿਬ ਕੋਲ ਉਹਦਾ ਫੋਨ ਆਇਆ,
ਤੇ ਉਹਨਾਂ ਨੇ ਮੇਰੀ ਗੱਲ ਕਰਵਾਈ। ਬਸ ਉਹਨੇ ਮੈਨੂੰ ਇਹ ਬੋਲਿਆ ਸੀਗਾ ਕਿ ਤੂੰ ਇੱਥੇ ਕੀ ਕਰਨ ਆਈ ਆ, ਮਤਲਬ ਕਿ ਜਿੱਥੋਂ ਆਈ ਆ ਉੱਥੇ ਚੱਲ ਜਾ, ਤੇਰਾ ਮੇਰਾ ਕੋਈ ਰਿਸ਼ਤਾ ਨਹੀਂ। ਜਦੋਂ ਮੈਂ ਮੈਰਿਜ ਕਰਵਾ ਲਈ, ਮੈਂ ਬੋਲਤਾ ਕਿ ਮੈਂ ਇੰਡੀਆ ਨਹੀਂ ਆਉਣਾ, ਤੂੰ ਡਾਈਵੋਰਸ ਲੈ ਲੈ, ਮੈਂ ਤੈਨੂੰ ਡਾਈਵੋਰਸ ਦੇ ਦਿੰਦਾ, ਬਟ ਇੱਥੇ ਨਾ ਰਹਿ, ਵਾਪਸ ਚੱਲ ਜਾ ਜਿੱਥੋਂ ਆਈ ਆ। ਤੇ ਮੈਂ ਕਿਹਾ ਵੀ ਮੈਂ ਨਹੀਂ ਡਾਈਵੋਰਸ ਨਹੀਂ ਲੈਣਾ ਹੈਗਾ, ਵੀ ਤੂੰ ਇੰਡੀਆ ਆ ਕੇ ਦੇ। ਕਹਿੰਦਾ ਮੈਂ 2-3 ਸਾਲਾਂ ਬਾਅਦ ਜਦੋਂ ਮੈਨੂੰ ਲੱਗੂਗਾ ਮੈਂ ਉਦੋਂ ਆਊਂਗਾ, ਉਦੋਂ ਮੈਂ ਆ ਕੇ ਡਿਸਾਈਡ ਕਰ ਲੂੰਗਾ ਕਿ ਮੈਂ ਤੇਰੇ ਨਾਲ ਰੱਖਣਾ ਰਿਸ਼ਤਾ ਜਾਂ ਨਹੀਂ ਰੱਖਣਾ। ਬਸ ਇਸ ਤੋਂ ਬਾਅਦ ਉਹਦੇ ਪੈਰੈਂਟਸ ਨੇ ਵੀ ਕਹਿਤਾ ਕਿ ਜਿੱਦਾਂ ਸਾਡਾ ਬੇਟਾ ਕਹੂਗਾ ਅਸੀਂ ਉੱਦਾਂ ਹੀ ਕਰਨਾ, ਅਸੀਂ ਉਸ ਤੋਂ ਉੱਪਰ ਨਹੀਂ ਜਾ ਸਕਦੇ, ਤੇ ਵੀ ਤੂੰ ਚਲੀ ਜਾ, ਅਸੀਂ ਨਾ ਤੁਹਾਡਾ ਖਰਚਾ ਚੁੱਕ ਸਕਦੇ ਹਾਂ, ਨਾ ਤੁਹਾਨੂੰ ਇੱਥੇ ਰੱਖ ਸਕਦੇ ਹਾਂ। ਬਸ ਉਸ ਤੋਂ ਬਾਅਦ ਫਿਰ ਮੈਂ ਆਪਣੇ ਘਰ ਆ ਗਈ। ਇੱਥੇ ਆ ਕੇ ਅਸੀਂ SSG ਸਾਹਿਬ ਦੇ ਬਰਨਾਲਾ ਦੀ ਕੰਪਲੇਂਟ ਦਿੱਤੀ ਸੀਗੀ। ਉਹਨਾਂ ਨੇ ਸਾਨੂੰ ਇਹ ਕਿਹਾ ਕਿ ਤੁਸੀਂ ਦੋਨੇ ਫੈਮਿਲੀਜ਼ ਬੈਠ ਕੇ ਗੱਲਬਾਤ ਕਰ ਲਓ, ਸੌਰਟ ਆਊਟ ਕਰ ਲਓ ਇੱਦਾਂ। ਬਟ ਉਹ ਅਸੀਂ ਮਤਲਬ ਕਿ ਵੇਟ ਕਰਦੇ ਰਹੇ, ਉਹ ਆਏ ਨਹੀਂ। ਬਟ ਜਦੋਂ ਆਏ, ਗੱਲਬਾਤ ਕੀਤੀ, ਉਹ ਕਹਿੰਦੇ ਸੀਗੇ ਸਾਨੂੰ ਟਾਈਮ ਚਾਹੀਦਾ, ਸਾਨੂੰ 4 ਦਿਨ ਟਾਈਮ ਦੇ ਦਿਓ, ਅਸੀਂ ਫਿਰ ਡਿਸਾਈਡ ਕਰਕੇ ਦੱਸਾਂਗੇ ਅਸੀਂ ਕੀ ਕਰਨਾ। ਫਿਰ ਇੱਦਾਂ ਹੀ ਮੈਂ NRI ਵਿੰਗ ਦੇ ਵਿੱਚ ਕੰਪਲੇਂਟ ਕੀਤੀ ਸੀਗੀ ਉਹ ਸੰਦੀਪ ਦੇ ਲਈ। ਬਟ ਉਹਨਾਂ ਨੇ ਵੀ ਸਾਨੂੰ ਦੋਨਾਂ ਫੈਮਿਲੀ ਨੂੰ ਬਿਠਾ ਕੇ 3 ਵਾਰ ਬੁਲਾਇਆ, ਉਹਨਾਂ ਨੇ ਬਿਠਾ ਕੇ ਇੱਦਾਂ ਹੀ ਗੱਲਬਾਤ ਕਰਦੇ ਰਹੇ ਕਿ ਚਲੋ ਬੱਚੇ ਦਾ ਜੋ ਹੱਕ ਬਣਦਾ ਉਹਨੂੰ ਦੇ ਦਿਓ, ਤੁਸੀਂ ਇਹਨਾਂ ਨੂੰ ਨਾ ਰੋਲੋ। ਉਹਦੇ ਪੇਰੈਂਟਸ ਕਹਿੰਦੇ ਸੀ ਕਿ ਅਸੀਂ ਮਤਲਬ ਕਿ ਇੱਦਾਂ ਪੱਕਾ ਨਹੀਂ ਦੇਣਾ ਹੈਗਾ। ਮੈਨੂੰ ਇਹ ਸੀਗਾ ਕਿ ਲੀਗਲੀ ਦੇ ਦਿਓ ਤੁਸੀਂ ਬੱਚੇ ਦਾ ਹੱਕ, ਮਤਲਬ ਕੱਲ੍ਹ ਨੂੰ ਅਗਰ ਸੰਦੀਪ ਆ ਜਾਂਦਾ ਜਾਂ ਤੁਸੀਂ ਦੁਬਾਰਾ ਫਿਰ ਮੈਨੂੰ ਘਰੋਂ ਕੱਢ ਦਿੰਦੇ ਹੋ ਕਿ ਫਿਰ ਮੈਂ ਆਪਣੇ ਬੱਚੇ ਨੂੰ ਲੈ ਕੇ ਕਿੱਥੇ ਜਾਊਂਗੀ। ਹਾਂਜੀ, ਉਹਨੇ ਫ਼ੋਨ ਭੇਜਿਆ ਸੀ, ਫ਼ੋਨ ਦੀ ਡਿਸਪਲੇ ਟੁੱਟੀ ਹੋਈ ਸੀਗੀ। ਉਹਨੇ ਮੈਨੂੰ ਇਹ ਕਿਹਾ ਸੀ ਕਿ ਇਹਨੂੰ ਫ਼ੋਨ ਨੂੰ ਠੀਕ ਕਰਵਾ ਲਈ। ਤੇ ਮੈਂ ਸੀਗਾ ਕਿ ਮੈਂ ਹਰ ਗੱਲ ਉਹਨੂੰ ਪੁੱਛ ਦੱਸ ਕੇ ਕਰਦੀ ਹੁੰਦੀ ਸੀ। ਮੈਂ ਜਦੋਂ ਇੱਥੇ ਸ਼ਾਪ 'ਤੇ ਹੀ ਫ਼ੋਨ ਦੇਖ ਕੇ ਆਉਂਦਾ ਸੀ, ਮੈਂ ਉਹਦਾ ਨੰਬਰ ਉਸ ਮੁੰਡੇ ਨੇ ਜਿਹਨੇ ਸਾਨੂੰ ਸ਼ਾਪ 'ਤੇ ਭੇਜਿਆ ਸੀ ਉਹਦਾ ਕੰਟੈਕਟ ਉਹਨੂੰ ਦਿੱਤਾ ਸੀਗਾ ਕਿ ਤੁਸੀਂ ਆਪ ਹੀ ਉਹਦੇ ਨਾਲ ਗੱਲ ਕਰ ਲਓ ਕਿ ਇਹ ਫ਼ੋਨ 'ਤੇ ਠੀਕ ਕਰਾਉਣ 'ਤੇ ਕਿੰਨਾ ਖਰਚਾ ਆਊਗਾ, ਸਭ ਕੁਛ ਕਿੱਦਾਂ ਠੀਕ ਹੋਊਗਾ, ਕੀ ਹੋਣਾ ਇਹਦਾ। ਤਾਂ ਉਹਨੇ ਉਹ ਮਤਲਬ ਕਿ ਮੁੰਡੇ ਨੇ ਵੀ ਕਿਹਾ ਸੀਗਾ ਕਿ ਫ਼ੋਨ ਉਹਦੇ ਹੱਥ ਲੱਗਣ ਤੋਂ ਪਹਿਲਾਂ ਇਹਨੂੰ ਕਲੀਅਰ ਕਰ ਦੇ। ਪਰ ਉਹ ਸਾਨੂੰ ਉਹਨੇ ਦੱਸਿਆ ਫ਼ੋਨ ਵਾਲੇ ਨੇ ਕਿ ਇੱਦਾਂ ਕਰਕੇ ਤੁਹਾਡੇ ਹਸਬੈਂਡ ਦੀ ਕਾਲ ਆਈ ਕਿ ਤੁਸੀਂ ਨਾ ਪਲੀਜ਼ ਆਪਣਾ ਫ਼ੋਨ ਲੈ ਜਾਓ। ਜਦੋਂ ਮੈਂ ਫ਼ੋਨ ਲੈ ਕੇ ਮੈਂ ਬਸ ਉਹਨੂੰ ਫ਼ੋਨ ਨੂੰ ਔਨ ਕੀਤਾ ਤਾਂ ਉਹਦੇ ਵਿੱਚ ਬਸ ਉਹ ਸਭ ਕੁਛ ਸੀ, ਉਹਦੀਆਂ ਪਿਕਸ ਸੀਗੀਆਂ, ਚੈਟ ਸੀਗੀ ਕੁੜੀਆਂ ਨਾਲ। ਉਸ ਫ਼ੋਨ ਦੇ ਥਰੂ, ਚੈਟ ਦੇ ਥਰੂ ਮੈਨੂੰ ਪਤਾ ਚੱਲਦਾ ਕਿ ਉੱਥੇ ਡਰਿੰਕ ਵੀ ਕਰਦਾ ਉਹ, ਔਰ ਸਮੋਕ ਵੀ ਉਹਨੇ ਸਟਾਰਟ ਕਰਤੀ ਸੀ ਉੱਥੇ ਜਾ ਕੇ। ਮੈਰਿਜ ਦੀਆਂ ਪਿਕਸ ਸੀ? ਹਾਂਜੀ, ਉਹਦੇ ਵਿੱਚ ਮੈਰਿਜ ਦੇ ਪਿਕਸ ਸੀਗੀਆਂ, ਵੀਡੀਓ ਵੀ ਸੀਗੀਆਂ ਬੀਚ ਵਗੈਰਾ 'ਤੇ, ਔਰ ਮੈਰਿਜ ਸਟਾਰਟ ਜਿੱਥੇ ਹੁੰਦੀ ਆ ਉੱਥੋਂ ਦੀ ਵੀ ਵੀਡੀਓ ਬਣੀ ਹੋਈ ਸੀ ਪ੍ਰੋਪਰ। ਬਟ ਜਦੋਂ ਬਸ ਮੈਂ ਪੈਨਿਕ ਹੋ ਗਈ ਸੀ, ਮੈਨੂੰ ਦਿਮਾਗ 'ਚ ਨਹੀਂ ਆਇਆ ਸੀਗਾ ਕਿ ਇਹ ਚੀਜ਼ਾਂ ਨੂੰ ਮੈਨੂੰ ਸੇਵ ਕਰਕੇ ਰੱਖਣਾ ਚਾਹੀਦਾ ਇਨ ਫਿਊਚਰ। ਦਿਮਾਗ 'ਚ ਇੰਨਾ ਹੋਇਆ ਟੈਨਸ਼ਨ ਹੋ ਗਈ ਕਿ ਇਹ ਸਭ ਹੋ ਕੇ ਗਿਆ ਅਚਾਨਕ, ਵੀ ਇੱਦਾਂ ਕੋਈ ਕਿੱਦਾਂ ਕਰ ਸਕਦਾ ਗਾ। ਬਸ ਇੱਦਾਂ ਪੈਨਿਕ ਹੋ ਕੇ ਉਹਨੂੰ ਪੁੱਛਿਆ, ਬਟ ਉਹਨੂੰ ਬਸ ਪਤਾ ਚੱਲ ਗਿਆ ਕਿ ਫ਼ੋਨ ਇਹਦੇ ਹੱਥ ਵਿੱਚ ਆ ਗਿਆ। ਉਹਨੇ iCloud ਸਾਈਨ ਆਊਟ ਕਰਤਾ। ਹਾਂ, ਬਸ ਪਹਿਲੇ ਉਹਨੇ ਇਹ ਕਿਹਾ ਕਿ ਨਹੀਂ ਇਹ ਤਾਂ ਪੇਪਰ ਮੈਰਿਜ ਹੈਗੀ ਆ। ਪਰ ਮੈਂ ਜਦੋਂ ਉਹਨੂੰ ਦੁਬਾਰਾ ਪੁੱਛਿਆ ਕਿ ਨਹੀਂ, ਪੇਪਰ ਮੈਰਿਜ ਦੇ ਵਿੱਚ ਇੱਦਾਂ ਨਹੀਂ ਹੁੰਦਾ ਗਾ, ਇੰਨੇ ਕਲੋਜ਼ ਇੱਦਾਂ ਕਿੱਦਾਂ ਹੋ ਸਕਦੇ ਆ, ਤੁਸੀਂ ਇੱਦਾਂ ਘੁੰਮ ਰਹੇ ਹੋ, ਸ਼ਾਪਿੰਗ ਕਰ ਰਹੇ ਹੋ, ਇੱਦਾਂ ਚੈਟ ਆ ਤੁਹਾਡੀ, ਪੇਪਰ ਮੈਰਿਜ ਦੇ ਵਿੱਚ ਇੱਦਾਂ ਕੁਛ ਨਹੀਂ ਹੁੰਦਾ। ਫਿਰ ਉਹ ਮੰਨ ਗਿਆ ਸੀਗਾ ਕਿ ਹੁਣ ਤਾਂ ਇਹਦੇ ਕੋਲ ਸਭ ਕੁਛ ਇਹਨੂੰ ਪਤਾ ਚੱਲ ਗਿਆ ਵੀ ਹੁਣ ਝੂਠ ਬੋਲਣ ਦਾ ਕੋਈ ਫਾਇਦਾ ਨਹੀਂ। ਫਿਰ ਉਹ ਆਪ ਹੀ ਮੰਨ ਗਿਆ ਕਿ ਹਾਂ ਮੈਰਿਜ ਕਰਵਾ ਲਈ ਆ। ਫਿਰ ਉਹਨੇ ਮੇਰੇ ਬ੍ਰਦਰ ਨੂੰ ਵੀ ਇਹ ਚੀਜ਼ ਬੋਲੀ ਆ ਕਿ ਜਦੋਂ ਬਾਅਦ ਵਿੱਚ ਇਹ ਬੋਲਣ ਲੱਗੀ ਕਿ ਤੂੰ ਇਹ ਸਭ ਕਿਉਂ ਕੀਤਾ, ਫਿਰ ਉਹਨੇ ਕਿਹਾ ਕਿ ਮੈਂ ਤਾਂ ਆਪਣਾ ਇੱਕ ਫ਼ੋਨ ਹੀ ਬੰਦ ਕਰਨਾ, ਤੁਸੀਂ ਮੇਰਾ ਕੀ ਕਰ ਲਓ, ਕਿੱਥੋਂ ਲੱਭ ਲਓਗੇ ਮੈਨੂੰ। ਜੀ ਉਹਦੇ ਮਾਪਿਆਂ ਨਾਲ ਗੱਲ ਕੀਤੀ, ਆਪਣੇ ਸਹੁਰਾ ਪਰਿਵਾਰ ਨਾਲ ਕੀਤਾ ਗਿਆ ਹੋਣਾ ਹੈ? ਹਾਂਜੀ ਸਰ, ਸਾਡਾ ਮੇਰੀ ਮੈਰਿਜ ਪੈਲੇਸ ਦੇ ਵਿੱਚ ਹੋਈ ਸੀ। ਜੋ ਵੀ ਇਹਨਾਂ ਨੇ ਗੋਲਡ ਵਗੈਰਾ ਡਿਮਾਂਡ ਕੀਤੀ ਸੀ ਅਸੀਂ ਪ੍ਰੋਪਰ ਉਹ ਪਾਏ, ਉਹਨਾਂ ਨੂੰ ਦਿੱਤਾ, ਔਰ ਇੱਕ ਬਾਈਕ ਦੇ ਪੈਸੇ ਵੀ ਦਿੱਤੇ ਆ। ਬਾਈਕ ਨਹੀਂ ਲਈ ਕਿ ਅਸੀਂ ਬਾਈਕ ਹੀ ਕਰਨੀ ਜਦੋਂ ਫੌਰਨ ਜਾਣਾ ਅਤੇ ਪੈਸੇ ਦੇ ਦਿਓ, ਵੀ ਮਤਲਬ ਪੈਸੇ ਕੰਮ ਆ ਜਾਣਗੇ, ਬਕਾਇਦਾ ਪੈਸੇ ਵੀ ਦਿੱਤੇ ਆ ਅਸੀਂ ਉਹਨਾਂ ਨੂੰ ਬਾਈਕ ਦੇ। ਸਭ ਕੁਛ ਵਧੀਆ ਹੋਈ ਹੈ, ਬਹੁਤ ਜ਼ਿਆਦਾ ਬਰਾਤ ਵੀ ਆਈ ਸੀ ਪੈਲੇਸ ਦੇ ਵਿੱਚ, ਮੈਰਿਜ ਹੋਈ ਸੀ ਪ੍ਰੋਪਰ। ਉਹ ਮੇਰੇ ਇਨ-ਲॉज ਨੇ, ਕਿਉਂਕਿ ਉਹਨਾਂ ਨੇ ਮਤਲਬ ਗੱਲ ਇਹ ਹੋਈ ਸੀ ਕਿ ਮਤਲਬ ਕਿ ਸਾਨੂੰ ਆਇਲਸ ਵਾਲੀ ਕੁੜੀ ਚਾਹੀਦੀ ਆ, ਸਾਰਾ ਖਰਚ। ਹਾਂਜੀ, ਜੋ ਸਾਈਪ੍ਰਸ ਜਿਹੜਾ ਮਤਲਬ ਕਿ ਖਰਚ ਹੋਇਆ ਸੀਗਾ ਉਹ ਮੇਰੇ ਪੈਰੈਂਟਸ ਨੂੰ ਮੈਂ ਹੀ ਕਿਹਾ ਸੀਗਾ ਕਿ ਉਹਦੇ ਪੈਰੈਂਟਸ ਨੇ ਮਨਾ ਕਰਤਾ ਸੀਗਾ ਕਿ ਆਪਣਾ ਜਦੋਂ ਮਰਜ਼ੀ ਕਰੋ। ਫਿਰ ਮੈਂ ਆਪਣੇ ਪੈਰੈਂਟਸ ਨੂੰ ਕਿਹਾ ਕਿ ਇੱਥੇ ਇਹਨਾਂ ਦੀ ਇੱਦਾਂ ਲੜਾਈ ਹੋ ਰਹੀ ਆ ਕਿ ਤੁਸੀਂ ਪੈਸੇ ਦਾ ਮਤਲਬ ਕਿ ਅਰੇਂਜ ਕਰੋ, ਇਹ ਬਾਹਰ ਜਾਣਾ ਚਾਹੁੰਦੇ ਚੱਲ ਜਾਣਗੇ, ਸ਼ਾਇਦ ਘਰੇ ਸਾਡੀ ਲੜਾਈ ਠੀਕ ਹੋ ਜੇ, ਕਿਉਂਕਿ ਉਹਨਾਂ ਦੇ ਪੈਰੈਂਟਸ ਦਾ ਇਹ ਸੀਗਾ ਕਿ ਇੱਥੋਂ ਚਲੇ ਜਾਣ। ਇਹ ਉਹਦੇ ਲਈ ਉਹ ਬੜਾ ਕੁਛ ਕਰਦੇ ਸੀ, ਉਹਨਾਂ ਦੇ ਨੇਬਰ ਨੂੰ ਸਭ ਕੁਛ ਪਤਾ ਹੈਗਾ ਵੀ ਸਾਨੂੰ ਰਾਤ ਨੂੰ ਘਰੋਂ ਕੱਢ ਦਿੰਦੇ ਹੁੰਦੇ ਸੀਗੇ। ਡੈਡੀ ਇਹ ਕਹਿੰਦੇ ਹੁੰਦੇ ਸੀ ਕਿ ਤੁਸੀਂ ਮੇਰੇ ਘਰੇ ਨਹੀਂ ਆਉਣਾ। ਉਹ ਸ਼ਾਪ 'ਤੇ ਜਾਂਦੇ ਹੁੰਦੇ ਸੀਗੇ, ਉਹ ਡਾਕਟਰੀ ਦੀ ਸ਼ਾਪ ਕਰਦੇ ਨਾਲ ਦੇ ਪਿੰਡ 'ਚ, ਉੱਥੇ ਉਹਨਾਂ ਨੇ ਫ਼ੋਨ ਕਰ ਦਿੰਦੇ ਸੀ ਸ਼ਾਮ ਨੂੰ ਕਿ ਮੇਰੇ ਆਉਂਦੇ ਤੱਕ ਤੁਸੀਂ ਮੈਨੂੰ ਘਰੇ ਨਹੀਂ ਦਿਖਣੇ ਚਾਹੀਦੇ। ਅਸੀਂ ਕਦੀ ਕਿਸੇ ਦੇ ਘਰ ਰਹਿੰਦੇ ਹੁੰਦੇ ਸੀ ਰਾਤ ਨੂੰ, ਕਦੀ ਕਿਸੇ ਦੇ ਘਰ। ਬਟ ਜਦੋਂ ਮੈਂ ਆਪਣੇ ਪੈਰੈਂਟਸ ਨੂੰ ਇਹ ਸਭ ਦੱਸਿਆ ਕਿ ਇਹ ਹੋ ਰਿਹਾ, ਬਟ ਮੇਰੇ ਹਸਬੈਂਡ ਇਹ ਕਹਿੰਦੇ ਹੁੰਦੇ ਸੀ ਮੇਰੇ ਪੈਰੈਂਟਸ ਨੂੰ ਕਿ ਨਹੀਂ ਮੈਂ ਨਾਲ ਹੈਗਾ, ਤੁਸੀਂ ਟੈਨਸ਼ਨ ਨਾ ਲਓ, ਦੇਖੋ ਮੈਂ ਵੀ ਤਾਂ ਇਹਦੇ ਨਾਲ ਹੈਗਾ। ਤੁਸੀਂ ਮੈਨੂੰ ਵੀ ਇਹ ਹੁੰਦਾ ਸੀਗਾ ਕਿ ਨਹੀਂ ਕੋਈ ਗੱਲ ਨਹੀਂ, ਸਭ ਠੀਕ ਹੋ ਜਾਣਾ, ਜਦੋਂ ਇਹ ਚੱਲ ਜਾਣਗੇ ਨਾ ਘਰ ਦੇ ਸਭ ਠੀਕ ਹੋ ਜਾਣਾ, ਕੋਈ ਗੱਲ ਨਹੀਂ। ਬਟ ਉਹ ਕੁਛ ਨਹੀਂ ਹੋਇਆ ਸਰ। ਮੈਨੂੰ ਇਹ ਲੱਗਦਾ ਹੁੰਦਾ ਕਿ ਮੈਂ ਉਹਦੇ ਇੰਨੇ ਔਖੇ ਟਾਈਮ ਦੇ ਵਿੱਚ ਉਹਦੇ ਨਾਲ ਸੀਗੀ, ਬਟ ਉਹ ਉੱਥੇ ਜਾ ਕੇ ਉਹਨੇ ਇਹ ਵੀ ਨਹੀਂ ਸੋਚਿਆ ਹੈਗਾ ਕਿ ਮੈਂ ਨਾ ਕਿੰਨਾ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਛੱਡ ਕੇ ਆਇਆ। ਅਤੇ ਬਾਅਦ ਵਿੱਚ ਮੈਂ ਆਪਣੇ ਬੱਚੇ ਨੂੰ ਵੀ ਪੁੱਛਿਆ ਹੈਗਾ ਕਿ ਮੇਰਾ ਬੱਚਾ ਕਿੱਥੇ ਆ, ਕਿਵੇਂ ਰਹਿ ਰਿਹਾ, ਕਿਸ ਕਲਾਸ ਦੇ ਵਿੱਚ ਹੋ ਗਿਆ। ਉਹਨੇ ਤੋਂ ਬਾਅਦ ਫਿਰ ਦੁਬਾਰਾ ਮਹਿਲਾ ਕਮਿਸ਼ਨ ਦੇ ਵਿੱਚ ਕੰਪਲੇਂਟ ਕੀਤੀ ਸੀਗੀ, ਉੱਥੋਂ ਵੀ ਕੰਪਲੇਂਟ ਹੁੰਦੀ ਹੋਈ ਪਹਿਲਾਂ ਬਰਨਾਲੇ ਆਈ ਸੀ, ਫਿਰ ਤੱਪੇ ਵਾਲਿਆਂ ਨੇ ਭਦੌੜ ਨੂੰ ਮਾਰ ਕਰਤੀ,
ਇੱਥੇ 15-20 ਦਿਨ ਸਾਂਝ ਕੇਂਦਰ ਦੇ ਵਿੱਚ ਮੇਰੀ ਕੰਪਲੇਂਟ ਪਈ ਰਹੀ। ਆਪਾਂ ਪਤਾ ਵੀ ਕਰਿਆ, ਕਹਿੰਦੇ ਹਾਂਜੀ ਇੱਥੇ ਕੰਪਲੇਂਟ ਆਈ ਹੋਈ ਹੈ, ਹਾਂਜੀ ਕੋਈ ਗੱਲ ਨਹੀਂ ਅਸੀਂ ਕਰਦੇ ਹਾਂ। ਪਰ ਬਾਅਦ ਵਿੱਚ ਜਦੋਂ ਮੈਂ ਇਹਨਾਂ ਨੂੰ ਫੋਨ ਕੀਤਾ ਕਿ ਮੇਰੀ ਇੱਥੇ ਕੰਪਲੇਂਟ ਆਈ ਹੋਈ ਸਰ, ਸਾਨੂੰ ਤੁਸੀਂ ਕੁਝ ਕਰ ਨਹੀਂ ਰਹੇ, ਕਹਿੰਦੇ ਹਾਂਜੀ ਅਸੀਂ ਇੱਥੇ ਮਤਲਬ ASI ਪ੍ਰਦੀਪ ਸੀਗੇ, ਉਹ ਕਹਿੰਦੇ ਮੈਂ ਇੱਥੇ ਨਵਾਂ ਆਇਆ, ਮੈਨੂੰ ਹਜੇ ਇੰਨਾ ਪਤਾ ਨਹੀਂ, ਕੋਈ ਗੱਲ ਨਹੀਂ ਅਸੀਂ ਤੁਹਾਨੂੰ ਬੁਲਾਉਣੇ ਦੋਨਾਂ ਫੈਮਲੀਜ਼ ਨੂੰ। ਅਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਅਸੀਂ ਉਸ ਫੈਮਲੀ ਨੂੰ ਫੋਨ ਕਰਤਾ ਉਹਨਾਂ ਨੂੰ, ਉਹ ਜਦ ਵੀ ਆ ਜਾਂਦੇ ਅਸੀਂ ਤੁਹਾਨੂੰ ਬੁਲਾ ਲੈਂਦੇ ਹਾਂ ਉਸ ਦਿਨ। ਅਤੇ ਉਹ ਸਾਰਾ ਮਤਲਬ ਕਿ ਸ਼ਾਮ ਨੂੰ 6 ਵਜੇ ਤੱਕ ਅਸੀਂ ਵੇਟ ਕਰਦੇ ਰਹੇ ਵੀ ਸਾਨੂੰ ਬੁਲਾਉਣਗੇ। ਬਟ ਸ਼ਾਮ ਨੂੰ ਮੈਂ ਫ਼ੋਨ ਕੀਤਾ, ਮੈਂ ਕਿਹਾ ਸਰ ਤੁਸੀਂ ਸਾਨੂੰ ਬੁਲਾਇਆ ਨਹੀਂ ਹੈਗਾ, ਵੀ ਉਹ ਆਏ ਨਹੀਂ ਗੇ, ਦੂਸਰੀ ਮੇਰੀ ਇਨ-ਲॉज ਆਏ ਨਹੀਂ ਹੈਗੇ। ਉਹ ਕਹਿੰਦੇ ਕਿ ਉਹ ਤਾਂ ਆ ਕੇ ਚਲੇ ਗਏ ਆ। ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਸਰ ਤੁਸੀਂ ਸਾਨੂੰ ਵੀ ਬੁਲਾਉਣਾ ਸੀਗਾ, ਦੋਨਾਂ ਪਾਰਟੀ ਨੂੰ ਸੁਣਨਾ ਸੀ। ਕਹਿੰਦੇ ਕੋਈ ਗੱਲ ਨਹੀਂ, ਅਸੀਂ ਤੁਹਾਡੀ ਕੰਪਲੇਂਟ ਤਪੇ ਭੇਜਦੀ ਆ, ਪਰਸੋਂ ਨੂੰ ਸੈਟਰਡੇ ਨੂੰ ਤੁਸੀਂ ਤਪੇ ਜਾਣਾ ਹੈਗਾ, ਉੱਥੇ DSP ਸਾਹਿਬ ਤੁਹਾਡੇ ਕੇਸ ਇੰਟਰਸਟ ਲੈ ਰਹੇ ਹੈਗੇ, ਉਹ ਦੇਖਣਗੇ। ਫਿਰ ਸਰ ਸ਼ਨੀਵਾਰ ਨੂੰ ਅਸੀਂ ਤਪੇ ਗਏ ਸੀਗੇ, ਉੱਥੇ DSP ਸਾਹਿਬ ਹੈ ਨਹੀਂ ਸੀਗੇ, ਉਹ ਅੱਗੇ ਧਰਨੇ ਵਗੈਰਾ 'ਤੇ ਗਏ ਹੋਏ ਸੀ। ਫਿਰ ਮੰਡੇ ਨੂੰ ਗਏ, ਉਸ ਦਿਨ ਵੀ ਉਹ ਸਾਨੂੰ ਮਿਲੇ ਨਹੀਂ ਹੈਗੇ। ਹਾਂਜੀ, ਮਨੀਸ਼ਾ ਗੁਲਾਟੀ ਨੂੰ ਵੂਮਨ ਕਮਿਸ਼ਨ ਦੇ ਵਿੱਚ ਉਹਨਾਂ ਨੂੰ ਮੇਲ ਕੀਤੀ ਸੀ, ਤਾਂ ਉਹਨਾਂ ਨੇ ਮੇਰੀ ਜਿਹੜੀ ਕੰਪਲੇਂਟ ਸੀਗੀ ਉਹ ਇੱਥੇ SSP ਸਾਹਿਬ ਨੂੰ ਬਰਨਾਲਾ ਨੂੰ ਭੇਜੀ ਸੀਗੀ ਕਿ ਇਸ ਮਾਮਲੇ ਦੇ ਵਿੱਚ ਦੇਖਿਆ ਜਾਵੇ। ਔਰ ਮੈਂ CM ਸਾਹਿਬ ਨੂੰ ਮੇਲ ਕੀਤੀ ਸੀ, ਹਿਊਮਨ ਰਾਈਟਸ ਦੇ ਵਿੱਚ ਮੇਲ ਕੀਤੀ ਸੀਗੀ, ਤਾਂ ਉਹਨਾਂ ਨੇ ਫਿਰ ਤਪਾ ਨੂੰ ਮਾਰਕ ਕੀਤੀ ਸੀਗੀ। ਬਟ ਹੁਣ ਮੈਂ ਸੋਚਦੀ ਹਾਂ ਕਿ ਮੈਮ ਨੂੰ ਮੈਂ ਫਿਰ ਦੁਬਾਰਾ ਮੇਲ ਕੀਤੀ ਸੀ ਕਿ ਇਸ ਵਿੱਚ ਕੁਛ ਨਹੀਂ ਹੋਇਆ। ਉਹਨਾਂ ਨੇ ਮੈਨੂੰ 10 ਦਿਨ ਦਾ ਟਾਈਮ ਦਿੱਤਾ ਸੀਗਾ, ਮੇਲ ਦਾ ਰਿਵਰਟ ਆਇਆ ਸੀ ਕਿ ਸਾਡੇ ਕੋਲ ਬਹੁਤ ਜ਼ਿਆਦਾ ਕੇਸਿਸ ਨੇ, ਪਲੀਜ਼ ਸਾਡੇ ਨਾਲ ਕੋਆਪਰੇਟ ਕਰੋ, ਸਾਨੂੰ 10 ਦਿਨ ਦਾ ਟਾਈਮ ਦਿਓ। ਬਟ ਹੁਣ ਮੈਂ ਸੋਚਦੀ ਹਾਂ ਕਿ ਮੈਨੂੰ ਮੈਮ ਤੱਕ ਆਸ ਹੈਗੀ ਆ ਕਿ ਉਹੀ ਕੁਛ ਕਰ ਸਕਦੇ ਆ, ਹੋਰ ਮੈਨੂੰ ਕਿਤੇ ਕੁਛ ਨਹੀਂ ਲੱਗ ਰਿਹਾ ਕਿ ਕੋਈ ਮੇਰੀ ਹੈਲਪ ਕਰੂਗਾ। ਸਰਬਜੀਤ ਦਾ 8 ਸਾਲਾ ਬੱਚਾ ਵੀ ਆਪਣੀ ਮਾਂ ਦੇ ਦਰਦ ਨੂੰ ਸਮਝ ਸਕਦਾ ਹੈ। ਮਾਂ ਦੇ ਚਿਹਰੇ ਤੇ ਦੁਬਾਰਾ ਖੁਸ਼ੀ ਲਿਆਉਣ ਲਈ ਉਹ ਦਿਨ ਰਾਤ ਪਰਮਾਤਮਾ ਅੱਗੇ ਅਰਦਾਸ ਕਰਦਾ ਹੈ। ਮੇਰੇ ਪਾਪਾ ਨੇ ਉੱਥੇ ਜਾ ਕੇ ਵਿਆਹ ਕਰਵਾ ਲਿਆ ਤੇ ਮੈਨੂੰ ਕਹਿੰਦੇ ਕਿ ਮੈਂ ਤੇਰੀ ਨਵੀਂ ਮੰਮਾ ਲੈ ਲਈ ਆ, ਤੂੰ ਪੁਰਾਣੀ ਮੰਮਾ ਨੂੰ ਛੱਡ ਦੇ। 2 ਸਾਲ ਪਹਿਲਾਂ ਹੋਈ ਸੀਗੀ। ਉਦੋਂ ਮੈਂ ਕਿਹਾ ਸੀਗਾ ਕਿ ਪਾਪਾ ਮੈਨੂੰ ਪੈਸੇ ਭੇਜ ਦਿਓ, ਮੈਂ ਕੱਪੜੇ ਲੈਣੇ ਆ। ਪਾਪਾ ਕਹਿੰਦੇ ਕਿ ਮੈਂ ਕੱਲ੍ਹ ਹੀ ਭੇਜ ਦੂੰਗਾ, ਪਰ ਭੇਜੇ ਨਹੀਂ ਹੈਗੇ। ਮੰਮਾ ਨਾਲ ਪਾਪਾ ਨੇ ਬਹੁਤ ਬੁਰਾ ਕੀਤਾ ਅਤੇ ਜਦੋਂ ਦੇ ਮੰਮਾ ਨੂੰ ਪਤਾ ਚੱਲਿਆ, ਮੰਮਾ ਬਹੁਤ ਰੋਏ ਸੀਗੇ। ਮੈਂ ਚਾਹੁੰਦਾ ਕਿ ਹੁਣ ਮੈਂ ਮੰਮਾ ਨਾਲ ਹੀ ਰਹਾਂ, ਹੋਰ ਕਿਸੇ ਨਾਲ ਨਹੀਂ। ਮੇਰੇ ਪਾਪਾ ਉਹਨਾਂ ਨੂੰ ਕਹਿੰਦੇ ਸੀਗੇ ਕਿ ਤੁਸੀਂ ਮੇਰੀ ਮੰਮਾ ਦਾ ਦੂਸਰਾ ਵਿਆਹ ਕਰਵਾ ਦਿਓ, ਮੈਂ ਬਾਜਾਂ ਦਾ ਪੈਸਾ ਭੇਜ ਦੂੰਗਾ। ਥਾਣਾ ਭਦੌੜ ਦੇ ਜਾਂਚ ਅਧਿਕਾਰੀ ਕੁਲਵੰਤ ਸਿੰਘ ਨੇ ਕਿਹਾ ਕਿ ਉਹਨਾਂ ਕੋਲੋਂ ਸ਼ਿਕਾਇਤ ਆਈ ਹੈ, ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਜਾਵੇਗਾ ਤੇ ਅਗਲੀ ਬਣਦੀ ਕਾਰਵਾਈ ਕੀਤੀ ਜਾਏਗੀ। ਉਹਦੇ ਸੰਬੰਧ 'ਚ ਕੰਪਲੇਂਟ ਦਿੱਤੀ ਹੈ, ਉਹਨਾਂ ਨੇ ਸਾਡੇ ਕੋਲ ਪਹੁੰਚੀ ਹੈ। ਇਹਦੇ 'ਚ ਦੋਨਾਂ ਪਾਰਟੀ ਨੂੰ ਬੁਲਾ ਕੇ ਦੇਖਦੇ ਹਾਂ ਉਹਦੀ ਪ੍ਰੋਸੀਡਿੰਗ ਦੇ ਵਿੱਚ ਕੀ ਸਾਹਮਣੇ ਆਉਂਦਾ, ਜ਼ਾਬਤੇ ਅਨੁਸਾਰ ਕਾਰਵਾਈ ਕੀਤੀ ਜਾਊਗੀ। ਸਰ ਇਹ ਪਰਿਵਾਰ ਕਹਿ ਰਹੇ ਪਹਿਲਾਂ ਵੀ ਦਰਖਾਸਤਾਂ ਦੀ ਕਾਰਵਾਈ ਨਹੀਂ, ਹੁਣ ਤੁਹਾਡੇ ਕੋਲ ਦਰਖਾਸਤ ਹੈ, ਕੀ ਕਾਰਵਾਈ ਹੋਊਗੀ, ਮਤਲਬ ਹੈਗੀ ਸਮਾਂ? ਨਹੀਂ, ਸਾਨੂੰ ਪਹਿਲਾਂ ਕੀ ਹੈ, ਪਹਿਲਾਂ ਦੇ ਹਾਲਾਤਾਂ ਦਾ ਨਹੀਂ ਪਤਾ। ਹੁਣ ਦਰਖਾਸਤ ਆਈ ਤੋਂ ਪਤਾ ਲੱਗਿਆ ਵੀ ਇਹਨਾਂ ਦਾ ਜਿਹੜਾ ਫੈਮਿਲੀ ਡਿਸਪਿਊਟ ਹੈ, ਇਹਦੇ ਘਰਲਾ ਬਾਹਰ ਇਹਨੂੰ ਆਪਰੇਸ਼ਨ ਕੀਤਾ ਜਾ ਰਿਹਾ। ਐਕਚੁਅਲੀ ਜਦੋਂ ਦੋਨਾਂ ਧਿਰਾਂ ਨੂੰ ਆਮਣ ਸਾਹਮਣੇ ਕਰਾਂਗੇ ਉਦੋਂ ਅਸਲ ਗੱਲ ਸਾਹਮਣੇ ਆਊਗੀ। ਜੇ ਦੋਸ਼ੀ ਪਾਏ ਗਏ ਤਾਂ ਕਾਰਵਾਈ ਹੋਊਗੀ? ਨਹੀਂ, ਹੁਣ ਇਹ ਤਾਂ ਨੈਚੁਰਲੀ ਹੈ, ਕਾਨੂੰਨ ਇਸੇ ਵਾਸਤੇ ਹੀ ਹੈ ਵੀ ਜੇ ਕੋਈ ਦੋਸ਼ ਬਣਦਾ ਤਾਂ ਹਰੇਕ ਦੇ ਖਿਲਾਫ ਹੀ ਦਰਜ ਹੁੰਦਾ। ਇਨਸਾਫ ਲਈ ਸਰਬਜੀਤ ਕੌਰ ਥਾਣਿਆਂ ਅਤੇ ਦਫ਼ਤਰਾਂ ਦੇ ਗੇੜੇ ਕੱਟ-ਕੱਟ ਕੇ ਪਰੇਸ਼ਾਨ ਹੋ ਚੁੱਕੀ ਹੈ। ਹੁਣ ਉਸ ਨੂੰ ਉਮੀਦ ਹੈ ਕਿ ਮਨੀਸ਼ਾ ਗੁਲਾਟੀ ਜ਼ਰੂਰ ਇਨਸਾਫ ਦਿਵਾਉਣਗੇ। ਬਰਨਾਲਾ ਤੋਂ ਲਖਵੀਰ ਚੀਮਾ ਦੀ ਰਿਪੋਰਟ, ਸਪੋਕਸਮੈਨ TV।